ਜਦੋਂ ਕੋਈ ਛੋਟੀ ਜਿਹੀ ਘਟਨਾ ਵੀ ਹੁੰਦੀ ਹੈ, ਭਾਵੇਂ ਕਿਸੇ ਵੱਲੋਂ ਕੋਈ ਜਾਤ ਅਪਮਾਨੀ, ਉਹਨੂੰ ਇੰਨਾ ਉਭਾਰ ਦਿੱਤਾ ਜਾਂਦਾ ਹੈ, ਇਵੇਂ ਲੱਗਣ ਲੱਗ ਜਾਂਦਾ। ਔਰ ਬਾਕੀ ਜਿਹੜਾ ਸਵਰਨ ਹਿੰਦੂਆਂ ਦਾ ਮੀਡੀਆ ਚੁੱਕ ਲੈਂਦਾ ਹੈ, ਜਿਵੇਂ ਕਿ ਪੰਜਾਬ ਦੇ ਵਿੱਚ ਹਰ ਜਿਹੜਾ ਸਿੱਖ ਹੈ, ਜ਼ਿਮੀਂਦਾਰ ਹੈ ਜਾਂ ਸੋ ਕਾਲਡ ਹਾਈ ਕਾਸਟ ਹੈ, ਉਹ ਦੂਸਰਿਆਂ ਨੂੰ ਨਫ਼ਰਤ ਕਰਦਾ ਹੈ, ਧੱਕਾ ਹੋ ਰਿਹਾ ਹੈ। ਪਰ ਮੈਂ ਇਹ ਦੇਖਦਾ ਵੀ ਉੱਥੇ ਸੈਂਕੜਿਆਂ ਨਹੀਂ ਹਜ਼ਾਰਾਂ ਐਸੀਆਂ ਥਾਵਾਂ ਨੇ ਭਾਰਤ ਦੇ ਸੂਬਿਆਂ 'ਚ ਜਿੱਥੇ ਦਲਿਤ ਘੋੜੀ ਨਹੀਂ ਚੜ੍ਹ ਸਕਦਾ। ਉੱਚੀ ਜਾਤ ਵਾਲਿਆਂ ਦੇ ਘਰਾਂ ਮੂਹਰੇ ਈਵਨ ਵਿਆਹ ਦੇ ਮੌਕੇ ਵੀ ਜਿਹੜਾ ਉਹ ਦੂल्हा ਬਣ ਕੇ ਘੋੜੀ ਤੇ ਚੜ੍ਹ ਕੇ ਨਹੀਂ ਜਾ ਸਕਦਾ। ਮੰਦਰਾਂ 'ਚ ਉਹਨਾਂ ਦਾ ਪ੍ਰਵੇਸ਼ ਨਹੀਂ ਹੈ। ਇਹ ਸਾਰੇ ਦੇ ਬਾਵਜੂਦ ਮੈਨੂੰ ਕਦੇ ਨਜ਼ਰ ਨਹੀਂ ਆਉਂਦਾ ਇੱਕ ਕਾਂਸ਼ੀ ਰਾਮ ਜਾਂ ਮਾਇਆਵਤੀ ਨਿਕਲੀ ਸੀ, ਉਹ ਤਾਂ ਕਰਪਟ ਹੋ ਕੇ ਬਹਿ ਗਈ, ਮਤਲਬ ਇਸ ਵੇਲੇ ਉਹਦੀ ਕੋਈ ਵੀ ਰਿਪਰੈਜ਼ੈਂਟੇਸ਼ਨ ਨਹੀਂ। ਪਰ ਬਾਕੀ ਵੀ ਦਲਿਤ ਜਥੇਬੰਦੀਆਂ ਜਾਂ ਖਾਸ ਤੌਰ ਤੇ ਪੰਜਾਬ ਦੀਆਂ ਦਲਿਤ ਜਥੇਬੰਦੀਆਂ ਜਿਹੜੀਆਂ ਇੱਕਦਮ ਪੰਜਾਬ ਦੇ ਵਿੱਚ ਇਸ ਦਾ ਜਿਹੜਾ ਹਿਊ ਐਂਡ ਕਰਾਈ ਕਿਸੇ ਵੀ ਮੁੱਦੇ ਤੇ ਖੜਾ ਕਰਦੀਆਂ, ਉਹ ਕਿਉਂ ਇਦਾਂ ਦੇ ਮੁੱਦਿਆਂ ਦੇ ਉੱਤੇ ਜਿਹੜੀਆਂ ਨਹੀਂ ਬੋਲਦੀਆਂ। Scheduled caste residents in Tamil Nadu's Tiruvarur village ostracized from temple festival management stage protest. ਉਹਨਾਂ ਦਾ EN ਵਿਜੇ ਕੁਮਾਰ ਜਿਹੜਾ ਹੈ ਉਹ ਕਹਿੰਦਾ ਕਿ ਵੀ they even collect temple taxes from us for festivals yet we are not allowed to take part. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਜਾਣ ਵਾਲੇ ਸੈਕਸ਼ਨ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਉਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਤਾਮਿਲਨਾਡੂ ਦੀ ਇੱਕ ਖਬਰ ਅਨੁਸਾਰ ਇੱਕ ਪਿੰਡ ਵਿਚਲੇ 4 ਮੰਦਰਾਂ ਵਿੱਚ ਦਲਿਤਾਂ ਦੇ ਦਾਖਲੇ ਤੇ ਪਾਬੰਦੀ ਹੈ। ਇਸ ਕਿਸਮ ਦੀਆਂ ਸੈਂਕੜੀਆਂ ਘਟਨਾਵਾਂ ਅਕਸਰ ਮੀਡੀਆ ਵਿੱਚ ਆਉਂਦੀਆਂ ਨੇ ਔਰ ਪੰਜਾਬ ਵਿੱਚ ਵਾਪਰੀ ਹੋਈ ਇੱਕ ਨਿੱਕੀ ਜਿਹੀ ਦਲਿਤ ਵਿਰੋਧੀ ਘਟਨਾ ਨੂੰ ਬਹੁਤ ਵੱਡਾ ਬਣਾ ਕੇ ਦੱਸਿਆ ਜਾਂਦਾ ਹੈ। ਪਰ ਭਾਰਤ ਦੀਆਂ ਦਲਿਤ ਜਥੇਬੰਦੀਆਂ ਨੂੰ ਇਹਨਾਂ ਸੂਬਿਆਂ ਵਿਚਲੀਆਂ ਇਹ ਨਿੰਦਣਯੋਗ ਜਿਹੜੀਆਂ ਘਟਨਾਵਾਂ ਕਿਉਂ ਨਜ਼ਰ ਨਹੀਂ ਆਉਂਦੀਆਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਘਟਨਾ ਬਾਰੇ? ਦੇਖੋ, ਜਦੋਂ ਅਸੀਂ ਸਿੱਖੀ ਸਿਧਾਂਤ, ਸਿੱਖ ਧਰਮ, ਸਿੱਖੀ ਦੇ ਫੰਡਾਮੈਂਟਲਸ ਦੀ ਗੱਲ ਕਰਦੇ ਹਾਂ ਤੇ ਮੇਰੀ ਹਮੇਸ਼ਾ ਹੀ ਇਸ ਦੇ ਉੱਤੇ ਇਹ ਟੇਕ ਹੁੰਦੀ ਹੈ, ਉਹ ਸਪਿਰਿਚੁਅਲ ਵੀ ਔਰ ਟੈਂਪੋਰਲ ਦੋਨੋਂ ਐਂਗਲਸ ਤੋਂ ਹੀ, ਕਿ ਸਿੱਖਸ ਆਫ ਦਾ ਦਲਿਤਸ, ਬਾਈ ਦਾ ਦਲਿਤਸ, ਫॉर ਦਾ ਦਲਿਤਸ। ਹਾਲਾਂਕਿ ਦਲਿਤ ਟਰਮ ਭਾਰਤੀ ਕਨਸਟੀਟਿਊਸ਼ਨ ਦੀ ਟਰਮ ਨਹੀਂ ਹੈ, ਇਹ ਡਾਕਟਰ ਅੰਬੇਦਕਰ ਨੇ ਜਿਹੜੀ ਹੈ ਉਸ ਨੂੰ ਜ਼ਿਆਦਾ, ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਫਾਲੋਅਰ ਸੀ ਉਹਨਾਂ ਨੇ ਇਸ ਨੂੰ ਜ਼ਿਆਦਾ ਲਿਆ। ਪਰ ਮੈਨੂੰ ਇਹ ਲਫ਼ਜ਼ ਚੰਗਾ ਲੱਗਦਾ। ਦਲਿਤ ਦਾ ਮਤਲਬ ਹੁੰਦਾ ਦਲਿਆ ਹੋਇਆ, ਓਪਰੈਸਡ, ਰਿਪਰੈਸਡ। ਹਾਲਾਂਕਿ ਕਨਸਟੀਟਿਊਸ਼ਨਲੀ ਤਾਂ ਉਹਨਾਂ ਦੇ ਲਈ ਜਿਹੜੀ ਕਾਸਟ ਸਿਸਟਮ ਵਾਲਾ ਸਾਰਾ ਸੰਵਿਧਾਨ ਰਿਜ਼ਰਵੇਸ਼ਨ ਵਾਲਾ ਹੈ, ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ, ਬੈਕਵਰਡ ਕਲਾਸ, OBC ਦੂਸਰਾ। ਸੋ ਜਦੋਂ ਮੈਂ ਦਲਿਤ ਕਹਿੰਦਾ, ਮੇਰੇ ਸਾਹਮਣੇ ਉਹ ਜਿਹੜਾ ਇੱਕ ਅਸ਼ਰਫੀ ਹੈ ਸੁਸਾਇਟੀ ਦਾ, ਜਿਹੜਾ ਬ੍ਰਾਹਮਣ ਉੱਪਰ ਲੈਡਰ ਤੇ ਬੈਠਾ ਹੈ, ਉਹਨੂੰ ਛੱਡ ਕੇ ਜਿਹੜੇ ਲੋਕ ਵੀ ਆਪਣੇ ਹੱਕਾਂ ਲਈ ਜੂਝਣ ਵਾਲੇ ਨੇ, ਜਿਨ੍ਹਾਂ ਦੇ ਹੱਕਾਂ ਨੂੰ ਯੂਸਰਪ ਕੀਤਾ ਹੋਇਆ, ਉਹ ਸਾਰੇ ਮੈਨੂੰ ਜਿਹੜਾ ਉਹਨਾਂ ਨੂੰ ਮੈਂ ਦਲਿਤ ਕੈਟਾਗਰੀ 'ਚ ਹੀ ਦੇਖਦਾ। ਔਰ ਮੇਰਾ ਇਹ ਹਮੇਸ਼ਾ ਕਹਿਣਾ ਹੁੰਦਾ ਕਿ ਸਿੱਖੀ ਦੀ ਗੱਲ ਸਿੱਖਸ ਆਫ ਦਾ ਦਲਿਤਸ, ਬਾਈ ਦਾ ਦਲਿਤਸ, ਫॉर ਦਾ ਦਲਿਤਸ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਵਿੱਚ, ਕਿਉਂਕਿ ਸਿੱਖ ਧਰਮ ਦਾ ਆਧਾਰ, ਸ਼ੁਰੂਆਤ ਔਰ ਵੱਡਾ ਜਿਹੜੀ ਕਰਮ ਭੂਮੀ ਹੈ ਗੁਰੂ ਸਾਹਿਬਾਨ ਦੀ ਔਰ ਬਾਅਦ ਦੇ ਵਿੱਚ ਖਾਲਸਾ ਰਾਜ ਦੀ, ਉਹ ਪੰਜਾਬ ਦੀ ਧਰਤੀ ਤੇ ਰਹੀ। ਔਰ ਇਹ ਇੱਕ ਵੱਡੀ ਐਮਪਾਵਰਮੈਂਟ ਵੀ ਸੀ। ਇਹਦੇ ਬਾਵਜੂਦ, ਕਿਉਂਕਿ ਇਹ ਜੇ ਮੈਂ ਕਹਾਂ ਕਿ ਜੀ ਪੰਜਾਬ 'ਚ ਸਾਡਾ ਕਾਸਟ ਬੇਸਡ ਮਾਈਂਡ ਸੈਟ ਨਹੀਂ ਹੈ ਜਾਂ ਉਹ ਬਿਲਕੁਲ ਉਹ ਨਹੀਂ ਹੈ, ਉਹਦੇ 'ਚ ਬਹੁਤ ਵੱਡੀਆਂ ਖਾਮੀਆਂ ਨੇ। ਕਿਉਂਕਿ 4000 ਸਾਲ ਦਾ ਬ੍ਰਾਹਮਣਵਾਦ ਦਾ ਇਫੈਕਟ ਹੈ। ਸਿੱਖੀ ਤਾਂ 5-5.5 ਸਦੀਆਂ ਪੁਰਾਣੀ ਹੈ। ਸੋ ਸਾਡੀ ਸੋਚ ਦੇ ਵਿੱਚ ਅੱਜ ਵੀ ਉਹ ਹੈ। ਲੇਕਿਨ ਜੇ ਕਹਿਣਾ ਹੋਏ ਕਿ ਜਿਵੇਂ ਜਿੰਨਾ ਐਮਪਾਵਰਡ ਪੰਜਾਬ ਦਾ ਸਿੱਖ ਧਰਮ ਦੀ ਬਦੌਲਤ ਉਹਨਾਂ ਦੇ ਹੱਥ ਇਹ ਜਿਹੜਾ ਪਾਵਰ ਆਈ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੇ ਜਿਸ ਮੁਕਾਮ ਨੂੰ ਹਾਸਲ ਕੀਤਾ ਉਹਦੇ ਲਈ ਇੱਕ ਲੰਬੀ ਸਟਰਗਲ ਹੈ। ਲੇਕਿਨ ਇਹਦੇ ਬਾਵਜੂਦ ਮੈਂ ਬਹੁਤ ਵਾਰ ਦੇਖਦਾ ਹਾਂ ਵੀ ਕਿਉਂਕਿ ਪੰਜਾਬ ਦੇ ਵਿੱਚ ਆਲਮੋਸਟ 34% ਦੇ ਕਰੀਬ ਪਾਪੂਲੇਸ਼ਨ ਦਲਿਤ ਪਾਪੂਲੇਸ਼ਨ ਹੈ। ਉਹਨੂੰ ਜਿਵੇਂ ਉਹਨਾਂ ਦੇ ਕਨਸਟੀਟਿਊਸ਼ਨਲੀ ਹੁਣ ਜਿਹੜੀ ਉਹਨਾਂ ਨੇ ਡੈਫੀਨੇਸ਼ਨ ਦਿੱਤੀ ਹੈ ਉਹਦੇ ਥੱਲੇ, ਔਰ ਇਸ ਦਾ ਮਤਲਬ ਹੈ ਕਿ ਪੰਜਾਬ ਦੇ ਵਿੱਚ ਹਰ ਤੀਸਰਾ ਜਿਹੜਾ ਇਨਸਾਨ ਹੈ ਜਾਂ ਇੰਡੀਵਿਜੂਅਲ ਹੈ ਉਹ ਦਲਿਤ ਹੈ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਭਾਈ ਉਹ ਅਕਾਲ ਤਖਤ ਦਾ ਜਥੇਦਾਰ ਹੋਏ, ਸ਼੍ਰੋਮਣੀ ਕਮੇਟੀ ਦੇ ਹੈੱਡ ਤੋਂ ਲੈ ਕੇ ਈਵਨ ਹੁਣ ਤਾਂ ਜਿਹੜਾ ਇਹ ਗਿਲਾ ਸੀ ਕਿ ਪੰਜਾਬ ਦਾ ਚੀਫ ਮਿਨਿਸਟਰ ਦਲਿਤ ਨਹੀਂ ਕਦੇ ਬਣ ਸਕਦਾ,
ਚਰਨਜੀਤ ਸਿੰਘ ਚੰਨੀ, ਜਿਨ੍ਹਾਂ ਨੇ ਜਦੋਂ ਆਪਣੀ ਸਹੁੰ ਚੁੱਕੀ ਪਹਿਲੀ ਵਾਰ, ਔਰ ਮੈਨੂੰ ਚੰਗਾ ਲੱਗਾ ਜਦੋਂ ਉਹਨਾਂ ਨੇ ਕਿਹਾ ਕਿ ਵੀ ਗੁਰੂ ਕਲਗੀਧਰ ਪਾਤਸ਼ਾਹ ਨੂੰ ਕੋਟ ਕਰਕੇ ਉਹਨਾਂ ਨੇ ਕਿਹਾ ਕਿ ਭਾਈ ਸਾਨੂੰ ਜਿਹੜੀ ਹੈ ਉਹ ਪਾਵਰ ਮਿਲੀ ਹੈ ਔਰ ਅਸੀਂ ਜਿਹੜਾ ਨਿਮਾਣੇ ਨਤਾਣੇ ਪੂਰਾ, ਚਲੋ ਕ੍ਰੈਡਿਟ ਉਹਨਾਂ ਨੇ ਆਪਣੇ ਪਾਰਟੀ ਲੀਡਰ ਨੂੰ ਹੀ ਦੇਣਾ ਸੀ, ਲੇਕਿਨ ਉਹਨਾਂ ਨੇ ਇਸ ਪਾਰਟ ਨੂੰ ਪਾਤਸ਼ਾਹੀਅਤ ਜਾਂ ਉਸ ਦੇ ਨਾਲ ਜੋੜਿਆ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਸਾਰੇ ਗੁਰਦੁਆਰਾ ਸਾਹਿਬਾਨ ਹੋਣ, ਦੂਸਰੇ ਹੋਣ, ਉਹਨਾਂ ਦੇ ਵੀ ਪ੍ਰਬੰਧਕਾਂ ਦੇ ਵਿੱਚ, ਦੂਸਰੇ ਸ਼੍ਰੋਮਣੀ ਕਮੇਟੀ ਦੀ ਮੁਲਾਜ਼ਮਤ 'ਚ ਵੀ ਜਿਹੜਾ ਇੱਕ ਵੱਡਾ ਹਿੱਸਾ ਜਿਹੜਾ ਉਹ ਸਾਡੇ ਰਾਗੀਆਂ ਢਾਡੀਆਂ ਦੇ ਵਿੱਚ ਵੀ, ਪ੍ਰਚਾਰਕਾਂ ਦੇ ਵਿੱਚ ਵੀ। ਲੇਕਿਨ ਇਹਦੇ ਬਾਵਜੂਦ ਇਹ ਮੈਂ ਮਹਿਸੂਸ ਕਰਦਾ ਹਾਂ, ਔਰ ਕਿਉਂਕਿ ਮੈਂ ਇੱਕ ਐਡਵੋਕੇਟ ਹਾਂ, ਚੈਂਪੀਅਨ ਆਪਣੇ ਆਪ ਨੂੰ ਸਮਝਦਾ ਹਾਂ ਦਲਿਤ ਰਾਈਟਸ ਦਾ, ਜਦੋਂ ਕੋਈ ਛੋਟੀ ਜਿਹੀ ਘਟਨਾ ਵੀ ਹੁੰਦੀ ਹੈ, ਭਾਵੇਂ ਕਿਸੇ ਵੱਲੋਂ ਕੋਈ ਜਾਤ ਅਪਮਾਨੀ, ਉਹਨੂੰ ਇੰਨਾ ਉਭਾਰ ਦਿੱਤਾ ਜਾਂਦਾ ਹੈ, ਇਵੇਂ ਲੱਗਣ ਲੱਗ ਜਾਂਦਾ, ਔਰ ਬਾਕੀ ਜਿਹੜਾ ਸਵਰਨ ਹਿੰਦੂਆਂ ਦਾ ਮੀਡੀਆ ਚੁੱਕ ਲੈਂਦਾ ਹੈ ਜਿਵੇਂ ਕਿ ਪੰਜਾਬ ਦੇ ਵਿੱਚ ਹਰ ਜਿਹੜਾ ਸਿੱਖ ਹੈ, ਜ਼ਿਮੀਂਦਾਰ ਹੈ ਜਾਂ ਸੋ ਕਾਲਡ ਹਾਈ ਕਾਸਟ ਹੈ, ਉਹ ਦੂਸਰਿਆਂ ਨੂੰ ਨਫ਼ਰਤ ਕਰਦਾ ਹੈ, ਧੱਕਾ ਹੋ ਰਿਹਾ, ਦੂਸਰਾ ਹੋ ਰਿਹਾ। ਕੁਝ ਪ੍ਰਾਈਵੇਟ ਡੇਰੇ ਨੇ ਸਾਧਾਂ ਦੇ ਹੋਣ ਜਾਂ ਪਰ ਕਿਸੇ ਗੁਰਦੁਆਰੇ 'ਚ ਕੋਈ ਕਿਸੇ ਨੂੰ ਸੰਗਤ ਪੰਗਤ ਦੇ ਸਿਧਾਂਤ 'ਚ ਕੋਈ ਇਹ ਕਹਿ ਦੇ ਕਿ ਜੀ ਇਹ ਮੈਂ ਮੇਰੇ ਨਾਲ ਨਹੀਂ ਬਹਿ ਸਕਦਾ ਜਾਂ ਮੇਰੇ ਨਾਲ ਇਹ ਲੰਗਰ ਨਹੀਂ ਛਕ ਸਕਦਾ ਜਾਂ ਐਸਾ ਕੋਈ ਨਹੀਂ ਹੈ। ਰਾਦਰ ਜਿਵੇਂ ਮੈਂ ਕਿਹਾ, ਜਦੋਂ ਸ਼੍ਰੋਮਣੀ ਕਮੇਟੀ ਦੀ ਮੈਂ ਗੱਲ ਕੀਤੀ, ਜੇ ਉਹਨਾਂ ਦਾ 15,000 ਮੁਲਾਜ਼ਮ ਹੈ, ਵੱਡੀ ਗਿਣਤੀ ਜਿਸ ਵਰਗ 'ਚ, ਔਰ ਕੋਈ ਅਕਾਲ ਤਖਤ ਦੇ ਜਥੇਦਾਰ ਤੋਂ ਲੈ ਕੇ ਹਰ ਅਹੁਦੇ ਤੱਕ ਰਹੇ, ਧਾਰਮਿਕ ਤੌਰ 'ਤੇ, ਹਾਂ ਜਿਵੇਂ ਮੈਂ ਕਿਹਾ ਵੀ ਸਮਾਜਿਕ ਤੌਰ ਦੇ ਉੱਤੇ ਵੀ ਜਿਹੜਾ ਹੈ ਉਹ ਜ਼ਰੂਰ ਜਿਹੜਾ ਹੈ ਉਹ ਅਜੇ ਮਾਨਸਿਕਤਾ 'ਚੋਂ ਨਹੀਂ ਹੁਣ ਇਹਦਾ ਮੁਕਾਬਲਾ ਜੇ ਅਸੀਂ ਬਾਕੀ ਸੂਬਿਆਂ ਦੇ ਨਾਲ ਕਰੀਏ, ਹਾਲਾਂਕਿ ਇਹਦੇ ਮਤਲਬ ਇਹ ਨਹੀਂ ਹੈ ਵੀ ਅਸੀਂ ਉਹਨੂੰ ਜਿਹੜਾ ਉਹ ਜਸਟੀਫਾਈ ਕਰ ਰਹੇ ਹਾਂ ਜੀ ਪੰਜਾਬ 'ਚ ਜੋ ਕੋਈ ਧੱਕਾ ਕਰਦਾ ਜਾਂ ਹੁੰਦਾ, ਪਰ ਮੈਂ ਇਹ ਦੇਖਦਾ ਹਾਂ ਵੀ ਉੱਥੇ ਸੈਂਕੜਿਆਂ ਨਹੀਂ ਹਜ਼ਾਰਾਂ ਐਸੀਆਂ ਥਾਵਾਂ ਨੇ ਭਾਰਤ ਦੇ ਸੂਬਿਆਂ 'ਚ ਜਿੱਥੇ ਦਲਿਤ ਘੋੜੀ ਨਹੀਂ ਚੜ੍ਹ ਸਕਦਾ, ਉੱਚੀ ਜਾਤ ਵਾਲਿਆਂ ਦੇ ਘਰਾਂ ਮੂਹਰੇ ਈਵਨ ਵਿਆਹ ਦੇ ਮੌਕੇ ਵੀ ਜਿਹੜਾ ਉਹ ਦੂਲਹਾ ਬਣ ਕੇ ਘੋੜੀ ਤੇ ਚੜ੍ਹ ਕੇ ਨਹੀਂ ਜਾ ਸਕਦਾ, ਮੰਦਰਾਂ 'ਚ ਉਹਨਾਂ ਦਾ ਪ੍ਰਵੇਸ਼ ਨਹੀਂ ਹੈ, ਉਹਨਾਂ ਦੇ ਨਾਲ ਬਦਸਲੂਕੀ ਕੀ ਉਹਨਾਂ ਦੇ ਮਰਡਰ, ਦਲਿਤ ਬੱਚੀਆਂ ਦੇ ਨਾਲ ਜਿਸ ਕਿਸਮ ਦੇ ਕੁਕਰਮ ਹੁੰਦੇ ਨੇ। ਲੇਕਿਨ ਇਹ ਸਾਰੇ ਦੇ ਬਾਵਜੂਦ ਮੈਨੂੰ ਕਦੇ ਨਜ਼ਰ ਨਹੀਂ ਆਉਂਦਾ ਇੱਕ ਕਾਂਸ਼ੀ ਰਾਮ ਜਾਂ ਮਾਇਆਵਤੀ ਨਿਕਲੀ ਸੀ, ਉਹ ਤਾਂ ਕਰਪਟ ਹੋ ਕੇ ਬਹਿ ਗਈ, ਮਤਲਬ ਇਸ ਵੇਲੇ ਉਹਦੀ ਕੋਈ ਵੀ ਰਿਪਰੈਜ਼ੈਂਟੇਸ਼ਨ ਨਹੀਂ, ਪਰ ਬਾਕੀ ਵੀ ਦਲਿਤ ਜਥੇਬੰਦੀਆਂ ਜਾਂ ਖਾਸ ਤੌਰ ਤੇ ਪੰਜਾਬ ਦੀਆਂ ਦਲਿਤ ਜਥੇਬੰਦੀਆਂ ਜਿਹੜੀਆਂ ਇੱਕਦਮ ਪੰਜਾਬ ਦੇ ਵਿੱਚ ਇਸ ਦਾ ਜਿਹੜਾ ਹਿਊ ਐਂਡ ਕਰਾਈ ਕਿਸੇ ਵੀ ਮੁੱਦੇ ਤੇ ਖੜਾ ਕਰਦੀਆਂ, ਉਹ ਕਿਉਂ ਇੱਦਾਂ ਦੇ ਮੁੱਦਿਆਂ ਦੇ ਉੱਤੇ ਜਿਹੜੀਆਂ ਨਹੀਂ ਬੋਲਦੀਆਂ, ਜਾਂ ਜਾ ਕੇ ਇਹਨਾਂ ਨੇ ਕਿਉਂ ਨਹੀਂ ਭਾਰਤ ਲੈਵਲ ਦੇ ਉੱਤੇ ਇਸ ਕਿਸਮ ਦਾ, ਇੰਨੀ ਵੱਡੀ ਆਬਾਦੀ ਹੈ, ਇੰਨਾ ਵੱਡਾ ਇਨਫਰਾਸਟ੍ਰਕਚਰ ਵੀ ਹੁਣ ਇਹਨਾਂ ਦੇ ਕੋਲ ਹੈ, ਇਹ ਤਾਂ ਨਹੀਂ ਕਹਿ ਸਕਦੇ ਕਿ ਜੀ ਇਹ ਉਹ ਜ਼ਮਾਨਾ 1947 ਤੋਂ ਪਹਿਲਾਂ ਦਾ, ਅੱਜ ਪਾਵਰਫੁਲ ਨੇ, ਰਿਜ਼ਰਵੇਸ਼ਨ ਦੇ ਥੱਲੇ ਹਾਇਰ IAS ਆਫੀਸਰ ਦੂਜੇ ਵੀ ਬਣੇ ਨੇ। ਔਰ ਮੈਂ ਇਸ ਲਈ ਕਹਿਣ ਤੇ ਮਜਬੂਰ ਹੋਇਆ ਕਿ ਮੈਂ ਅੱਜ ਦਾ ਹਿੰਦੂ ਦੀ ਖਬਰ ਦੇਖੀ, ਹੈਡਲਾਈਨ ਸੀ, ਸ਼ਡਿਊਲ ਕਾਸਟ ਰੈਜ਼ੀਡੈਂਟਸ ਇਨ ਤਮਿਲਨਾਡੂ's ਤਿਰੂਵਰੂਰ ਵਿਲੇਜ ostracized from temple festival management stage protest। ਇਹ ਪਿੰਡ ਹੈ ਤਮਿਲਨਾਡੂ ਦਾ ਤਿਰੂਵਰ ਵਿਲੇਜ, ਉਹਦੇ ਪਿੰਡੂ ਜਿਹੜੇ ਵਿਚਾਰੇ ਇਹ ਸ਼ਡਿਊਲ ਕਾਸਟ ਵਰਗ ਨਾਲ ਸੰਬੰਧਿਤ ਨੇ, ਉਹਨਾਂ ਨੂੰ ਉਹ ਮੰਦਰ ਦੇ ਪ੍ਰਬੰਧ ਦੇ ਵਿੱਚ ਦੂਜੇ ਦੇ ਵਿੱਚ ਕੋਈ ਥਾਂ ਨਹੀਂ ਦਿੰਦੇ, ਔਰ ਉਹ ਧਰਨੇ ਤੇ ਬੈਠੇ ਨੇ ਕਿ ਭਾਈ ਇਹ ਸਾਡੇ ਨਾਲ ਲਗਾਤਾਰ ਧੱਕਾ ਹੋ ਰਿਹਾ ਕਿ ਨਾ ਸਾਨੂੰ ਇਹ ਕੋਈ ਕਰਨ ਦਿੰਦੇ ਨੇ। ਫਿਰ ਉਹਨਾਂ ਨੇ ਕਿਹਾ ਕਿ ਵੀ ਪਿਛਲੇ 5 ਸਾਲਾਂ ਤੋਂ ਅਸੀਂ ਜਿਹੜੀ ਆ ਉਹ ਮੈਨੇਜਮੈਂਟ ਦੇ ਵਿੱਚ ਹਿੱਸਾ ਵੀ ਮੰਗਦੇ ਆ ਕਿ ਵਿਲੇਜ ਟੈਂਪਲ ਦੀ, ਕਿ ਵੀ ਇਹ ਸਾਰੀ ਕਮਿਊਨਿਟੀ ਹੈ, ਲੇਕਿਨ ਉਹਨਾਂ ਨੇ ਕਿਹਾ ਵੀ ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਬਾਕੀ ਥਾਵਾਂ ਤੇ ਤਾਂ ਹਾਇਰ ਕਾਸਟ ਬ੍ਰਾਹਮਣ ਹੀ ਮੰਦਰਾਂ 'ਚ ਨਹੀਂ ਵੜਨ ਦਿੰਦੇ, ਇਸ ਮੰਦਰ ਦੇ ਵਿੱਚ ਬੈਕਵਰਡ ਕਲਾਸ ਤੇ ਮੋਸਟ ਬੈਕਵਰਡ ਕਲਾਸ ਇਹ ਟਰਮ ਹੈ ਉਹਨਾਂ ਦੀ MBC, ਉਹਨਾਂ ਨੇ ਕਿਹਾ ਕਿ ਇਹ ਉਹਨਾਂ ਦਾ AN ਵਿਜੇ ਕੁਮਾਰ ਜਿਹੜਾ ਹੈ ਉਹ ਕਹਿੰਦਾ ਕਿ ਵੀ ਇਹ ਸਾਡੇ ਜਿਹੜਾ 4 ਮੰਦਰ ਨੇ ਉਹਨਾਂ ਦੇ ਵਿੱਚ ਉਗਰਾਈ ਸਾਡੇ ਤੋਂ ਲੈਂਦੇ ਨੇ ਕਿ ਵੀ ਇਹ, ਪਰ ਉਹ ਸਾਨੂੰ ਕਹਿੰਦੇ ਨੇ ਕਿ ਵੇਅਰ ਵੀ ਹੈਵ ਨੋ ਰਾਈਟ ਟੂ ਪਾਰਟਿਸਿਪੇਸ਼ਨ, ਦੇ ਈਵਨ ਕਲੈਕਟ ਟੈਂਪਲ ਟੈਕਸਿਸ ਫਰੋਮ ਅਸ ਫॉर festivals yet we are not allowed to take part। ਵੀ ਸਾਨੂੰ ਕਹਿੰਦੇ ਨੇ ਜੀ ਇਹ ਫਲਾਣਾ ਦਿਓ ਪੈਸੇ, ਉਹ ਦਿੰਦੇ ਨੇ। we are not permitted to carry paul kudam milk pots during the festivals only they are, ਕੋਈ ਰਸਮ ਹੋਏਗੀ ਮੰਦਰਾਂ ਦੀ ਇਹਨਾਂ ਦੀ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਭਾਈ ਇਸ ਗੱਲ ਨੂੰ ਵੀ ਧਿਆਨ 'ਚ ਰੱਖਿਆ ਜਾਏ, ਇਹਦੇ ਬਾਵਜੂਦ ਕਿ ਇਹ ਬਹੁਤ ਚੰਗੀ ਗੱਲ ਹੈ ਕਿ ਪੰਜਾਬ ਦਾ ਦਲਿਤ ਐਜੂਕੇਟਿਡ ਵੀ ਹੈ, ਅਵੇਅਰ ਵੀ ਹੈ, ਆਰਗੇਨਾਈਜ਼ਡ ਨਹੀਂ ਹੈਗਾ, ਇਸ ਲਈ
ਕਦੇ ਕਾਂਗਰਸ, ਕਦੇ ਅਕਾਲੀ, ਕਦੇ ਇੱਧਰ, ਕਦੇ ਮਾਇਆਵਤੀ ਨੇ ਇੱਧਰ ਉੱਧਰ ਘੁਮਾ ਦਿੱਤਾ। ਲੇਕਿਨ ਇਵੇਂ ਨਾ ਹੋਏ ਕਿ ਵੀ ਜਦੋਂ ਅਸੀਂ ਭਾਰਤ ਭਰ 'ਚ ਦੇਖਦੇ ਹਾਂ ਵੀ ਉਹ ਕਿਸ ਕਿਸਮ ਦਾ ਨੇ, ਤਾਂ ਉਹਨਾਂ ਨੂੰ ਸਿਰਫ ਪੰਜਾਬ ਹੀ ਨਜ਼ਰ ਆਏ ਔਰ ਪੰਜਾਬ ਦਾ ਵਿੱਚ ਹੀ ਉਹਨਾਂ ਨੂੰ ਲੱਗੇ ਜੀ ਸਾਡੇ ਨਾਲ ਹੋ ਰਿਹਾ। ਇਹ ਵਰਤਾਰਾ ਠੀਕ ਨਹੀਂ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮਾਸਟਰ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਸਾਡੇ ਪਹਿਲੇ ਵਿਊਅਰ ਨੇ ਸੋਨਮੈਲ ਜੀ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਰਮ ਸਿੰਘ ਜੀ, ਨਿਹੰਗ ਸਿੰਘ ਜੀ, ਅਮਰਜੀਤ ਸਿੰਘ ਸੈਣੀ ਜੀ, ਬਲਜੀਤ ਬਰਾੜ ਜੀ, ਬਿਕਰਮਜੀਤ ਸਿੰਘ ਜੀ, ਔਰ ਇਸੇ ਤਰ੍ਹਾਂ PNJ ਸਾਨੂੰ ਲਿਖਦੇ ਨੇ ਕਿ ਡਾਕਟਰ ਸਾਹਿਬ ਸਾਡੇ ਟੀਚਰ, ਅਸੀਂ ਸਾਰੇ ਸਟੂਡੈਂਟ, ਨੀਲਮ ਭੈਣ ਜੀ ਮੋਨੀਟਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਆ ਬਾਤਾਂ ਜੀ, ਤੁਸੀਂ ਮੋਨੀਟਰ ਹੋ ਗਏ ਹੋ। ਦੇਖਿਓ ਕਿ ਬੈਂਚ ਤੇ ਨਾ ਖੜਾ ਕਰੇ ਜਾਂ ਇਹਨੂੰ ਕਹੋ ਜੀ ਕੰਧ ਵੱਲ ਮੂੰਹ ਕਰ ਲਓ। ਬਹੁਤ ਸ਼ੁਕਰੀਆ ਤੁਹਾਡਾ। ਨਹੀਂ ਜਨਾਬੇ ਆਲਾ, ਮੈਂ ਤਾਂ ਇੱਕ ਤਾਲਿਬੇ ਇਲਮ ਹੈ ਤੁਹਾਡੇ ਵਾਂਗ, ਕੁਝ ਤੁਹਾਡੇ ਤੋਂ ਸਿੱਖਦਾ ਹੈ, ਕੁਝ ਸੁਣਦਾ ਹੈ, ਕੁਝ ਸੁਣਾਉਂਦਾ ਹੈ। ਇਹ ਤੁਹਾਡੀ ਨਿਵਾਜ਼ਿਸ਼ ਹੈ ਜੀ। ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਚੜ੍ਹਦੇ ਪੰਜਾਬ ਤੋਂ ਨੇ। ਔਰ ਸਟੇ ਸੇਫ ਜੀ ਨੇ, ਉਹ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ। ਕੁਲਦੀਪ ਕੌਰ ਜੀ ਔਰ ਲੀਗਲ ਹੈਲਪ ਜਿਹੜੇ ਨੇ ਡਾਕਟਰ ਸਾਹਿਬ, ਵਾਟ ਅਬਾਊਟ ਦਾ ਕਹਿੰਦੇ ਨੇ ਫਰੰਟ ਕਮਿੰਗ ਵਿਜ਼ਿਟ ਆਫ, ਹਾਂਜੀ, ਇੰਡੀਅਨ ਪ੍ਰਾਈਮ ਮਿਨਿਸਟਰ ਇਨ ਕੈਨੇਡਾ। ਆਪਣੇ ਲੀਗਲ ਹੈਲਪ ਲਈ ਤੁਸੀਂ ਕਾਨੂੰਨੀ ਮਦਦ ਵੀ ਪਹੁੰਚਾਉਂਦੇ ਹੋ। ਕੱਲ ਅਸੀਂ ਇਸ ਦੇ ਉੱਤੇ ਇੱਕ ਪੂਰਾ ਸੈਗਮੈਂਟ ਕੀਤਾ ਸੀ ਕਿ ਭਾਈ ਇਸ ਦੇ ਪਸ ਮੰਜ਼ਰ 'ਚ ਕੀ ਹੈ। ਤੁਹਾਨੂੰ ਜੇ ਮੌਕਾ ਬਣੇ ਤਾਂ ਤੁਸੀਂ ਸੁਣ ਲੈਣਾ ਜੀ। ਇੰਦਰਜੀਤ ਸਿੰਘ ਸੰਧੂ ਜੀ ਵੀ ਖਾਲਸਾ ਜ਼ਿੰਦਾਬਾਦ ਔਰ ਫਤਿਹ ਬੁਲਾਉਂਦੇ ਨੇ। ਬਿਲਹਾਲ ਅਹਿਮਦ ਜੀ ਵੀ ਆਏ ਨੇ, ਹਾਲੋ ਕਹਿੰਦੇ ਨੇ ਸਾਨੂੰ, ਸਾਡੇ ਦੋਨਾਂ ਨੂੰ, ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸ਼ੁਕਰੀਆ, ਜ਼ਿੰਦਾਬਾਦ ਜ਼ਿੰਦਾਬਾਦ। ਨਰਿੰਦਰ ਸਿੰਘ ਜੀ ਵੀ, ਮੁਹੰਮਦ ਰਫੀਕ ਜੀ ਵੀ ਕਹਿੰਦੇ ਮੋਦੀ ਵਾਜ਼ ਰਿਸੀਵਡ ਇਨ ਕੈਨੇਡਾ ਵਿਦ ਗ੍ਰੀਟਿੰਗਸ। ਨਹੀਂ, ਹੁਣ ਉਹਨੂੰ ਗ੍ਰੀਟਿੰਗ ਤਾਂ ਬਾਅਦ ਦੀ ਹੋਏਗੀ। ਹੁਣ ਤਾਂ ਦੇਖਦੇ ਹਾਂ ਕਿ ਵੀ ਉਹਦੀ ਹਿਊਮਿਲੇਸ਼ਨ ਕਿਵੇਂ ਹੁੰਦੀ ਹੈ। ਔਰ ਫਿਰ ਨਰਿੰਦਰ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਬਿਕਰਮਜੀਤ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ। ਔਰ ਫਿਰ ਰਫੀਕ ਜੀ ਕਹਿੰਦੇ ਕਿ none of six was there to receive ਮੋਦੀ। ਔਰ ਕਹਿੰਦੇ ਫਿਰ ਇਸੇ ਤਰ੍ਹਾਂ ਨਰਿੰਦਰ ਸਿੰਘ ਕਹਿੰਦੇ ਨੇ we will get ਖਾਲਸਾ today or tomorrow। ਔਰ ਫਿਰ ਇਸੇ ਤਰ੍ਹਾਂ ਹਾਂਜੀ ਫਿਰ ਸਟੇ ਸੇਫ ਜਿਹੜੇ ਨੇ ਉਹ ਕਹਿੰਦੇ ਨੇ ਕਿ ਡਾਕਟਰ ਸਾਹਿਬ if you look back to the India first try to offer reply 79th UN General Assembly, you will a suspicious hint that India was meditating this operation like a cold war। ਮੈਂ ਤੁਸੀਂ ਇਸ ਬਾਰੇ ਥੋੜੀ ਜਿਹੀ ਜੇ ਹੋਰ ਡਿਟੇਲ ਦਿਓਗੇ ਤਾਂ ਮੈਂ ਸਮਝ ਸਕਾਂਗਾ। ਤੁਹਾਡਾ ਕਮੈਂਟ ਮੈਨੂੰ ਸਮਝ ਨਹੀਂ ਆਇਆ। ਓਕੇ, ਫਿਰ ਬਿਲਾਲ ਜਿਹੜੇ ਅਹਿਮਦ ਨੇ ਉਹ ਕਹਿੰਦੇ ਡਾਕਟਰ ਸਾਹਿਬ ਫਿਰ ਮੋਦੀ ਦਾ ਸਵਾਗਤ ਕਰ ਰਹੇ ਨੇ ਛਤਰਾਂ ਨਾਲ 16 ਜੂਨ ਨੂੰ। ਉਹ ਫॉर श्योर। ਸਤਨਾਮ ਸਿੰਘ ਜੀ ਵੀ ਫਿਰ ਇਸੇ ਤਰ੍ਹਾਂ ਮੁਹੰਮਦ ਰਫੀਕ ਜੀ ਕਹਿੰਦੇ ਪਾਕਿਸਤਾਨ ਕੁਕਸ ਫॉर ਦਾ 6 in ਕਰਤਾਰਪੁਰ ਐਵਰੀ ਡੇ, no 6 comes there। ਨਹੀਂ, ਉਹਨਾਂ ਨੇ ਪਾਕਿਸਤਾਨ ਨੇ ਤਾਂ ਨਹੀਂ ਬੰਦ ਕੀਤਾ, ਇੰਡੀਆ ਨੇ ਪਾਬੰਦੀ ਲਾਈ ਹੈ। ਰਵਿੰਦਰ ਸਿੰਘ ਜੋਲ ਜਿਹੜੇ ਨੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਇੰਦਰਵੀਰ ਸਿੰਘ ਜੀ ਵੀ ਔਰ ਇਸੇ ਤਰ੍ਹਾਂ ਨਿਹੰਗ ਸਿੰਘ ਜੀ ਕਹਿੰਦੇ ਰੇਲੀ ਸੱਚੋ ਸੱਚ, ਆਲਵੇਜ਼ ਗ੍ਰੇਟ ਆਸਮ ਐਨਾਲਿਸਿਸ। ਔਰ ਬਹੁਤ ਸ਼ੁਕਰੀਆ ਨਿਹੰਗ ਸਿੰਘ ਜੀ, ਤੁਹਾਡੇ ਬੋਲ ਸਾਨੂੰ ਬਹੁਤ ਹੌਸਲਾ ਦਿੰਦੇ ਨੇ। ਬਿਲਕੁਲ। ਸਟੇ ਸੇਫ ਕਹਿੰਦੇ TV 84 ਪੋਲਿਟਿਕਸ, ਪੰਜਾਬ TV, ਸਤਲੁਜ TV, ਔਸਮੀ। ਔਰ ਇਸੇ ਤਰ੍ਹਾਂ ਕਹਿੰਦੇ ਸੱਚੋ ਸੱਚ, ਟਾਕਿੰਗ ਪੰਜਾਬ, ਜਵਾਬ ਮੰਗਦਾ ਪੰਜਾਬ, ਸ਼ਾਬਾਦ ਜੰਗ, ਤਿੰਨੋਂ ਸ਼ੋਜ਼ ਦਾ ਉਹਨਾਂ ਨੇ, ਹਾਂਜੀ, ਗ੍ਰੇਟ ਸ਼ੋਜ਼ ਉਹਨਾਂ ਨੇ ਕਿਹਾ। ਇਹ ਲਾਟ ਆਫ ਮੈਂਟਲ। ਔਰ ਇਸੇ ਤਰ੍ਹਾਂ ਨਰਿੰਦਰ ਸਿੰਘ ਜੀ ਕਹਿੰਦੇ ਨੇ ਮੁਹੰਮਦ ਰਫੀਕ ਜੀ ਨੂੰ ਜਵਾਬ ਦਿੰਦੇ ਨੇ, ਕਹਿੰਦੇ ਸਿੱਖਮ now every aspect how to get Khalistan, but at every cost we will get Khalistan very soon, but we don't want to show our security और ਹਾਂਜੀ। ਫਿਰ ਅਬਦੁਲ ਵਾਹਿਦ ਕਹਿੰਦੇ ਡਾਕਟਰ ਸਾਹਿਬ ਖਾਲਿਸਤਾਨ ਬਣੇਗਾ, ਮੇਰਾ ਵੀ ਕਹਿੰਦੇ ਜ਼ੋਰ ਲੱਗ ਰਿਹਾ, ਮੈਂ ਵੀ ਚਾਹਾਂਗਾ ਕਿ ਮੈਨੂੰ ਵੀ ਨੈਸ਼ਨੈਲਿਟੀ ਮਿਲੇ। ਸੋ ਨਾਈਸ। ਖਾਲਿਸਤਾਨ ਦੀ ਕਹਿੰਦੇ ਦੋਨੋਂ ਬਾਰਡਰ ਚੱਕ ਦੇਣੇ ਨੇ ਸਵੇਰੇ ਸ਼ਾਮ। ਉਹਨਾਂ ਨੂੰ ਕਹਿਣਾ ਵੀ ਤੁਸੀਂ ਸਾਗ ਧਰਿਆ ਇੱਧਰ ਦੇ ਆਓ, ਤੁਸੀਂ ਮਾਂ ਦੀ ਦਾਲ ਬਣਾਈ ਆ ਉੱਧਰ ਦੇ ਆਓ। ਹਾਂਜੀ। ਜਿਮੀ ਸਿੰਘ ਜੀ ਵੀ ਪੰਜਾਬ ਹਾਲਾ ਓਨਲੀ ਆਜ਼ਾਦ ਖਾਲਿਸਤਾਨ। ਔਰ ਫਿਰ ਇਸ ਤਰ੍ਹਾਂ ਆਰਿਫ ਮਜੀਦ ਜਿਹੜੇ ਨੇ ਉਹ ਪਾਕਿਸਤਾਨ ਜ਼ਿੰਦਾਬਾਦ ਕਹਿੰਦੇ, ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਔਰ ਫਿਰ ਕਹਿੰਦੇ ਪਾਕ ਆਰਮੀ ਜ਼ਿੰਦਾਬਾਦ। ਡਾਕਟਰ ਪਰਮਜੀਤ ਸਿੰਘ ਜੀ ਹਮੇਸ਼ਾ ਤਰ੍ਹਾਂ ਬੜੇ ਪਿਆਰ ਸਤਿਕਾਰ ਨਾਲ ਜਿਹੜੇ ਨੇ
ਉਹ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਖਾਲਸਾ ਜ਼ਿੰਦਾਬਾਦ ਵੀ ਕਹਿੰਦੇ ਨੇ। ਔਰ ਮੇਘਰਾਜ ਸਿੰਘ ਜੀ ਵੀ ਆਏ ਨੇ, ਵਾਹ ਜੀ ਵੈਲਕਮ। ਔਰ ਡਾਕਟਰ ਸਾਹਿਬ ਜੀ ਕਹਿੰਦੇ ਬੇਰੀ ਦਾ ਜਿਹੜਾ ਦਰਖਤ ਹੈ ਉਹ ਇਮਲੀ ਦਾ ਨਹੀਂ ਹੈ, ਉਹ ਸੌਰੀ ਜਿਹੜਾ ਤੁਸੀਂ ਇਮਲੀ ਦਾ ਦਰਖਤ ਕਿਹਾ ਉਹ ਬੇਰੀ ਦਾ ਦਰਖਤ ਹੈ। ਨਹੀਂ ਮੇਘਰਾਜ ਸਿੰਘ ਜੀ, ਤੁਸੀਂ ਆਪਣੇ ਆਪ ਨੂੰ ਕਰੈਕਟ ਕਰੋ। 3 ਬੇਰੀਆਂ ਨੇ ਹਰਮੰਦਰ ਸਾਹਿਬ ਦੀ ਹਦੂਦ 'ਚ, ਬੇਰ ਬਾਬਾ ਬੁੱਢਾ ਜੀ, ਦੁੱਖ ਭੰਜਨੀ ਬੇਰੀ ਤੇ ਇਲਾਇਚੀ ਬੇਰੀ। ਇਲਾਇਚੀ ਬੇਰ ਬਿਲਕੁਲ ਦਰਸ਼ਨੀ ਡਿਓੜੀ ਦੇ ਨਾਲ, ਜਿੱਥੇ ਭਾਈ ਸੁੱਖਾ ਸਿੰਘ ਮਤਾਬ ਸਿੰਘ ਨੇ ਘੋੜੇ ਬੰਨੇ ਸਨ। ਦਰਬਾਰ ਸਾਹਿਬ ਤੇ ਹਮਲੇ ਵੇਲੇ ਇਲਾਇਚੀ ਬੇਰ ਦਾ ਵੀ ਨੁਕਸਾਨ ਹੋਇਆ ਸੀ, ਲੇਕਿਨ ਉਹ ਵਾਪਸ ਪੁੰਗਰੀ ਹੈ। ਇਹ ਜਿਹੜਾ ਇਮਲੀ ਦਾ ਦਰਖਤ ਸੀ, ਇਹਦੇ ਨਾਲ ਹੀ ਬੰਨ ਕੇ ਕੋਰੜੇ ਮਾਰਨ ਦੀ ਸਜ਼ਾ ਸੀ, ਇਹ ਡਿਸਟਰੋਏ ਹੋਇਆ। ਹੁਣ 2 ਵਾਰ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਜਿਹੜੇ ਐਕਸਪਰਟ ਨੇ ਇਸ ਦੇ ਉੱਤੇ ਕੰਮ ਕਰ ਚੁੱਕੇ ਨੇ, ਪਰ ਕਿਉਂਕਿ ਇਹ ਜਿਉਂ ਹੀ ਗਰਮੀ ਪੈਂਦੀ ਹੈ ਉਸ ਦੇ ਵਿੱਚ ਉਹ ਖਤਮ ਹੋ ਜਾਂਦਾ, ਉਹਦੀ ਨਵਾਂ ਸੈਪਲਿੰਗ ਲਾਇਆ ਹੋਇਆ ਉਸ ਥਾਂ ਦੇ ਉੱਤੇ। ਸੋ ਇਹ ਜਿਹੜਾ ਇਮਲੀ ਦਾ ਦਰਖਤ ਹੀ ਸੀ। ਫਿਰ ਇਸ ਤਰ੍ਹਾਂ ਜਰਾਬ ਸਿੰਘ ਖਾਨ ਜਿਹੜੇ ਨੇ ਉਹ ਵੀ ਖਾਲਸਾ ਜ਼ਿੰਦਾਬਾਦ ਫਰੀ ਕਸ਼ਮੀਰ ਕਹਿੰਦੇ ਨੇ। ਔਰ ਇਸੇ ਤਰ੍ਹਾਂ ਮਨਜੀਤ ਸਿੰਘ ਮਠਾਰੋ ਜੀ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਨੈਕਸਟ ਸਿੰਘ ਕਾਊਂਟਰ ਮੋਦੀ ਆਲ ਇਜ਼ ਵੈਰੀ ਰੈਗੂਲਰ ਕਰਮਾ ਫਰੂਟਸ India states taste it will continue as it just started now. Khalsa Rising SFJ ਪੰਨੂ ਜਿਹੜੇ ਸਾਹਿਬ ਕਹਿੰਦੇ ਨੇ ਚੜ੍ਹਦੀ ਕਲਾ ਖਾਲਸਾ ਜ਼ਿੰਦਾਬਾਦ ਜ਼ਿੰਦਾਬਾਦ ਕਹਿੰਦੇ ਨੇ। ਜ਼ਿੰਦਾਬਾਦ। ਸ਼ਾਬਾਜ਼ ਬਾਵਾ ਜਿਹੜੇ ਨੇ ਉਹ ਕਹਿੰਦੇ ਨੇ ਕਿ ਬਾਵਾ ਜੀ ਪਲੱਸ ਬਾਬਾ ਜੀ ਕਹਿੰਦੇ ਵਰਲਡ ਨਿਊਜ਼ ਜਿਹੜੇ ਨੇ ਪਾਕਿਸਤਾਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੈਲਕਮ ਟੂ ਨਿਊ ਵਰਲਡ ਕੰਟਰੀ ਖਾਲਸਾ ਐਂਡ ਹੈਪੀ ਨਿਊ ਲਾਈਫ ਆਲ ਏਸ਼ੀਆ ਕੰਟਰੀਜ਼ ਲੀਡਰਸ਼ਿਪ। ਇਹ ਮੇਰੇ ਖਿਆਲ ਇਹਨਾਂ ਦਾ ਚੈਨਲ ਹੈ ਮੇਰੇ ਖਿਆਲ 'ਚ। ਕਹਿੰਦੇ ਬਾਬਾ ਸ਼ਾਹਬਾਜ਼ ਜੀਓ ਰੀਜਨ ਸਟੂਡੈਂਟ ਜੀ। ਔਰ ਫਿਰ ਇਸੇ ਤਰ੍ਹਾਂ ਮਨਜੀਤ ਸਿੰਘ ਮਠਾਰੋ ਜੀ ਕਹਿੰਦੇ ਨੇ ਕਿ ਕੈਨੇਡਾ ਵਿਲ ਵੈਰੀ ਪੁਆਇੰਟਡ ਲੈਸਨਸ ਟੂ ਇੰਡੀਆ ਸਟੇਟਸ। ਔਰ ਰਿਸ਼ੀ ਭਾਰਦਵਾਜ ਜੀ ਵੀ ਆਏ। ਭਾਰਦਵਾਜ ਜੀ ਸਾਡੇ ਪਿਆਰੇ ਹਿੰਦੂ ਤੋਂ ਵੀ ਮਿੱਤਰ ਹਾਂਜੀ ਫਤਿਹ ਬੁਲਾ ਕੇ ਉਹ ਕਹਿੰਦੇ ਨੇ ਕਿ ਅਕਾਲ ਤਖਤ ਵਾਸ ਨੋ ਲੋਂਗਰ ਅ ਪਲੇਸ ਆਫ ਵਰਸ਼ਿਪ ਬਟ ਅ ਸੈਂਟਰ ਆਫ ਇਨਸਰਜੈਂਸੀ। ਤੁਸੀਂ ਬੜਾ ਚੰਗਾ ਲਫ਼ਜ਼ ਇਸਤੇਮਾਲ ਕੀਤਾ। ਤਖਤ ਵੈਸੇ ਵੀ ਸੈਂਟਰ ਆਫ ਵਰਸ਼ਿਪ ਨਹੀਂ ਹੁੰਦੇ। ਤਖਤ ਦਾ ਮਤਲਬ ਹੀ ਜਿਹੜਾ ਉਹ ਪਾਵਰ ਸੈਂਟਰ ਹੁੰਦਾ ਹੈ, ਤੇ ਪਾਵਰ ਸੈਂਟਰ ਨੂੰ ਡਿਫੈਂਡ ਕਰਨ ਨੂੰ ਤੁਸੀਂ ਇਨਸਰਜੈਂਸੀ ਕਹੋ ਜਾਂ ਇਸ ਨੂੰ ਪੁਰਜ਼ਾ ਕੱਟ ਮਰੇ ਕਬੂ ਨਾ ਛਾੜੇ ਖੇਤ ਦੀ ਫਿਲਾਸਫੀ ਥੱਲੇ ਦੇਖੋ। ਔਰ ਇਹ ਜਦੋਂ ਇਹ ਕਹਿ ਰਹੇ ਨੇ ਕਿ ਵੀ ਤੁਸੀਂ ਉਹ ਆਪਰੇਸ਼ਨ ਨੂੰ ਜਸਟੀਫਾਈ ਕਰ ਰਹੇ ਨੇ, ਜਨਾਬੇ ਆਲਾ ਜਿਹੜਾ ਕਰਨ ਵਾਲੀ ਹੈ ਉਹਦਾ ਤਾਂ ਜਿਹੜਾ ਪੋਤਰਾ ਉਹ ਮਾਫੀ ਮੰਗ ਕੇ ਅਮਰੀਕਾ 'ਚੋਂ ਗਿਆ ਕਿ ਵੀ ਬਹੁਤ ਗਲਤ ਹੋਇਆ ਸੀ ਮੈਂ ਜੋ ਹੋਇਆ। ਔਰ ਤੁਹਾਡੇ ਮੁਲਕ ਦੇ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਹੋਏ ਜਾਂ ਵਾਜਪਾਈ ਜਦੋਂ ਆਇਆ ਉਹਨੇ ਵੀ ਕਿਹਾ, ਤੇ ਤੁਸੀਂ ਮੇਰਾ ਖਿਆਲ ਹੈ ਹਿੰਦੂਤਵਾ ਸਾਵਰਕਰ ਦੇ ਕੋਈ ਖਾਸਮ ਖਾਸ ਪੁੱਤਰ ਹੀ ਜੰਮੇ ਲੱਗਦੇ ਹੋ। ਔਰ ਇਹ ਉਹਨਾਂ ਨੇ ਜਿਹੜਾ ਮੋਸਟ ਆਫ ਦਾ ਜਰਨਲਸ ਲੀਡਿੰਗ ਵਰ ਸਿੱਖਸ, ਕੱਲ੍ਹ ਹੀ ਅਸੀਂ 95 ਸਾਲਾ ਤੁਹਾਡਾ VK ਸ਼ਰਮਾ ਜਰਨਲ ਜਿਹੜਾ ਵੈਦਿਆ ਤੋਂ ਬਾਅਦ ਬਣਿਆ, ਉਹਨੇ ਕਿਹਾ ਵੀ ਨਾ ਸਿਰਫ ਉਹਨਾਂ ਨੇ ਸਾਡੀ ਸਲਾਹ ਨਹੀਂ ਮੰਨੀ ਪਰ ਕਮਾਂਡ ਤੋੜ ਕੇ ਉਹਨਾਂ ਨੇ ਸਿੱਖ ਜਰਨੈਲਾਂ ਨੂੰ ਲਾਇਆ ਸਿੱਖਾਂ ਨੂੰ ਮਾਰਨ ਦੇ ਲਈ, ਕਿਉਂਕਿ ਇਹ ਉਸ ਵੈਸਟਰਨ ਕਮਾਂਡ ਦਾ ਹੀ ਨਹੀਂ ਸੀ ਬੰਦੇ, ਉਹਨਾਂ ਨੂੰ ਲਿਆਂਦਾ ਗਿਆ ਚੇਚਾ। ਸੋ ਇਹ ਸਟ੍ਰੈਟਜੀ ਸੀ ਜਿਸ ਦੇ ਥੱਲੇ ਸਿੱਖ ਜਰਨੈਲ ਸਾਹਮਣੇ ਕੀਤੇ ਗਏ। ਹਾਂਜੀ ਬਿਲਕੁਲ। ਫਿਰ ਇਸੇ ਤਰ੍ਹਾਂ ਹਾਂਜੀ ਪਰਮਿੰਦਰ ਜੀ ਵੀ ਔਰ ਗੁਰਮੀਤ ਸਿੰਘ ਬਾਜਵਾ ਜੀ ਵੀ ਔਰ ਇਸੇ ਤਰ੍ਹਾਂ ਡਾਕਟਰ ਪਰਮਜੀਤ ਸਿੰਘ ਸਮਰਾ ਜੀ ਕਹਿੰਦੇ ਨੇ ਇੰਦੌਰ ਦੇ ਨਵ ਵਿਆਹ ਪਤੀ ਉਸ ਦੀ ਪਤਨੀ ਨੇ ਇੱਕ ਇਸ਼ਕ ਵਿੱਚ ਅੰਨੀ ਹੋਈ ਨੇ ਸ਼ਲੌਂਗ ਵਿੱਚ ਕਤਲ ਕਰ ਦਿੱਤਾ ਗਿਆ। ਔਰ ਪਹਿਲਗਾਮ ਕਤਲੇਆਮ ਵਿੱਚ ਵੀ ਇੱਕ ਨਵ ਵਿਆਹਿਆ ਪਤੀ ਕਤਲ ਹੋਇਆ। ਕੀ ਇਸ ਕਤਲ ਕੇਸ ਵਿੱਚ ਕੋਈ ਸ਼ੱਕ ਹੋਣ ਦੀ ਉਮੀਦ ਜਤਾਈ ਜਾ ਸਕਦੀ ਹੈ? ਡਾਕਟਰ ਸਾਹਿਬ ਸ਼ਿਲੌਂਗ ਕੇਸ ਦੀਆਂ ਬੜੀਆਂ ਹੈਡਲਾਈਨਸ ਜਾਂ ਦੂਜੀਆਂ ਲੱਗੀਆਂ ਨੇ, ਮੈਂ ਸਟੋਰੀ ਨੂੰ ਫੋਲੋ ਨਹੀਂ ਕੀਤਾ ਕਿਉਂਕਿ ਪੇਨਫੁਲ ਵੀ ਹੁੰਦਾ ਹੈ ਔਰ ਇਮੋਰਲ ਐਕਟ ਨੇ, ਪਰ ਮੈਨੂੰ ਲੱਗਦਾ ਹੈ ਕਿ ਵੀ ਇਹਦਾ ਸ਼ਾਇਦ ਕੋਈ ਬਹੁਤਾ ਤਾਲੁਕ ਨਾ ਜੁੜਦਾ ਹੋਏ, ਕਿਉਂਕਿ ਪਹਿਲਗਾਮ ਵਾਲਾ ਤਾਂ ਇਹਨਾਂ ਦਾ ਇੰਡੀਆ ਦਾ ਫਾਲਸ ਫਲੈਗ ਆਪਰੇਸ਼ਨ ਹੀ ਹੈਗਾ। ਔਰ ਇਹਦੇ 'ਚ ਕੋਈ ਕਿਉਂਕਿ ਇਸ ਖਬਰ ਨੂੰ ਵੀ ਬੜਾ ਚੁੱਕਿਆ ਹੋਇਆ ਇੰਡੀਅਨ ਮੀਡੀਆ ਨੇ, ਕਿਉਂਕਿ ਸੋਨਮ ਕਿ ਕੀ ਉਹਦਾ ਨਾਂ ਹੈ ਜਿਹਦੇ ਨਾਲ ਜੋੜਿਆ ਜਾ ਰਿਹਾ, ਪਰ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਦਾ ਕੋਈ ਆਪਸ 'ਚ ਤਾਲੁਕ ਹੈ। ਸ਼ਾਹਜਹਾਨ ਬਾਵਾ ਜਿਹੜੇ ਨੇ ਫਤਿਹ ਬੁਲਾਉਂਦੇ ਨੇ, ਇੰਦਰਪ੍ਰੀਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਸਾਨੂੰ ਦੋਨਾਂ ਨੂੰ ਅਮਰ ਸਿੰਘ ਖਾਲਸਾ ਜੀ ਵੀ ਫਤਿਹ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਕਿ ਜੂਨ 1984 ਦਾ ਨਾ ਭੁੱਲਣਯੋਗ ਨਾ ਬਖਸ਼ਣਯੋਗ। ਔਰ ਇਸੇ ਤਰ੍ਹਾਂ ਜਤਿੰਦਰ ਸਿੰਘ ਜਿਹੜੇ ਨੇ ਉਹ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਸੁਖਜੀਵਨ ਬੱਚੂ ਜੀ ਵੀ ਥੈਂਕਸ ਕਹਿੰਦੇ, ਬਲਿਹਾਰ ਸਿੰਘ ਕੰਗ ਜੀ ਵੀ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ, ਖਾਨ ਬਨਾਰਸ ਜੀ ਵੀ ਫਤਿਹ ਔਰ ਖਾਲਸਾ ਜ਼ਿੰਦਾਬਾਦ।
ਔਰ ਮਨਪ੍ਰੀਤ ਸਿੰਘ ਜਿਹੜੇ ਨੇ ਕਹਿੰਦੇ ਅੱਜ ਭਗਤ ਕਬੀਰ ਜੀ ਦਾ ਆਗਮਨ ਦਿਵਸ ਹੈ। ਆਪ ਸਭ ਸੰਗਤਾਂ ਨੂੰ ਭਗਤ ਜੀ ਦੇ ਆਗਮਨ ਪੁਰਬ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਜੀ। ਅਤੇ ਕੱਲ ਨੂੰ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮਹਾਰਾਜ ਜੀ ਦਾ ਜਿਹੜਾ ਹੈ ਉਹ ਪ੍ਰਕਾਸ਼ ਪੁਰਬ ਹੈ, ਉਸ ਦੀਆਂ ਵੀ ਬਹੁਤ-ਬਹੁਤ ਵਧਾਈਆਂ ਜੀ। ਬਹੁਤ ਸ਼ੁਕਰੀਆ ਮਨਪ੍ਰੀਤ ਸਿੰਘ ਜੀ, ਤੁਸੀਂ ਯਾਦ ਦਹਾਨੀ ਕਰਵਾਈ। ਸਮੁੱਚੀਆਂ ਸਿੱਖ ਸੰਗਤਾਂ ਨੂੰ TV 84 ਦੇ ਵਿਊਜ਼ ਨੂੰ ਮੁਬਾਰਕ। ਅੱਜ ਬਾਈ ਚਾਂਸ ਈਵਨ ਓਪਨਿੰਗ ਸੈਗਮੈਂਟ ਦੇ ਵਿੱਚ ਵੀ ਮੈਂ ਬਹੁਤ ਸਾਰੀ ਜਿਹੜੀ ਕੋਟਿੰਗ ਬਾਣੀ ਦੀ ਕੀਤੀ ਉਹ ਭਗਤ ਕਬੀਰ ਜੀ ਦੀ ਸੀ, ਔਰ ਮੈਨੂੰ ਹਾਲਾਂਕਿ ਮੈਂ ਕੈਲੰਡਰ ਅੱਜ ਨਹੀਂ ਸੀ ਦੇਖਿਆ ਹੋਇਆ ਕਿ ਅੱਜ ਉਹਨਾਂ ਦਾ ਆਗਮਨ ਪੁਰਬ ਹੈ। और बिलहाल अहमद जी कहते हैं कि डॉक्टर साहब पाकिस्तान की बदकिस्मती ये है कि पाकिस्तान का जो दुश्मन है इंडिया वो पाकिस्तान नूं पहले दिन तो ही नहीं कहते पाकिस्तान मनदा सी ते खालिस्तान नूं किवें मन्नेगा। हाँ नहीं बिल्कुल तुसी बिलाल जी ठीक फरमा रहे हो। पाकिस्तान तो दूर की गल, उन्होंने कदे इस्लाम नूं ही जिहड़ा है वो ऑनर तो दूर की गल, उन्होंने तो मलेच लफज कॉइन किया होया और पाकिस्तान तो कदे उन्होंने संघ चों थले उतरिया ही नहीं, ना ही उतरेगा। खालिस्तान किवें उतर जाए। हरविंदर सिंह चढ़दी कला कहते हैं बिलहाल जी फिर आए नहीं, कहते हैं कि डॉक्टर साहब दुनिया इंडिया की कास्ट सिस्टम और दोगली पॉलिसी को जड़े समझ गई है और ब्राह्मणवाद बट तू ह्यूमैनिटी की करता बात जड़ी है ह्यूमैनिटी की करता है। हाँ जी, और हिंदू कास्ट सिस्टम इंसान को इंसान नहीं समझते। बिल्कुल। निप्पा जी कहते ਤੁਸੀਂ ਜਿਹੜਾ ਪ੍ਰੋਗਰਾਮ ਜਿਹੜਾ ਮਿਸ ਨਾ ਕਰਿਆ ਕਰੋ। ਅਸੀਂ ਤਾਂ ਕੋਈ ਨਹੀਂ ਕੀਤਾ, ਜੇ ਹੋ ਗਿਆ ਤੇ ਫਿਰ ਕੀ ਕਰੀਏ। ਸੌਰੀ ਅਬਾਊਟ ਦੈਟ। ਪਿਆਰ ਦਾ ਇਜ਼ਹਾਰ ਹਾਂਜੀ ਉਹੀ ਕਹਿ ਰਹੇ ਆ ਨਾ ਫਿਰ। ਓਕੇ ਰਣਵੀਰ ਗਿੱਲ ਜੀ, ਸਿਕਸ ਨੀਡਸ ਟੂ organize and have basic leadership structures ready as soon as possible। ਨਹੀਂ ਅਜੇ ਬਹੁਤ ਮਿਹਨਤ ਕਰਨੀ ਪਏਗੀ ਗਿੱਲ ਸਾਹਿਬ, ਇਹਦੇ ਲਈ ਬਹੁਤ ਮਿਹਨਤ ਕਰਨੀ ਹੋਏਗੀ। ਸਾਰਿਆਂ ਦਾ ਹੀ ਯੋਗਦਾਨ ਇਹਦੇ 'ਚ ਜ਼ਰੂਰੀ ਹੈ। और फिर इस तरह अब्दुल गुफार जी भी ने वो कहने सर जी मैं ਜਿਹੜਾ ਕਹਿੰਦੇ ਮਾਈ ਕੋ ਵਰਕਰ ਫਰੋਮ ਚੰਡੀਗੜ੍ਹ ਬਟ ਹੀ ਇਜ਼ ਸਿੰਘ ਬਟ ਹੀ ਡੋਂਟ ਲਾਈਕ ਖਾਲਿਸਤਾਨ। ਉਹਨੂੰ ਵਿਚਾਰਿਆਂ ਨੂੰ ਪਤਾ ਨਹੀਂ ਹੈ, ਮੈਂਟਲੀ ਗੁਲਾਮ ਨੇ। ਸੋ ਉਹਨਾਂ ਨੂੰ ਇਹ ਜਰਾ ਸੱਚੋ ਸੱਚ ਜਰਾ ਦਿਖਾ ਦਿਓ। ਹਾਂਜੀ ਫਿਰ ਪਤਾ ਚੱਲ ਜਾਊਗਾ, ਸਾਰੇ ਭੁਲੇਖੇ ਨਿਕਲ ਜਾਣਗੇ। ਗੁਰਵਿੰਦਰ ਕੌਰ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਜਗਦੀਪ ਸਿੰਘ ਜਿਹੜੇ ਨੇ ਉਹ ਵੀ ਸੱਚੋ ਸੱਚ ਦੀ ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ। ਸਭ ਦਾ ਬਹੁਤ ਬਹੁਤ ਸ਼ੁਕਰੀਆ ਇਸ ਤਰ੍ਹਾਂ ਆਪਣੀ ਵਿਊਜ਼ ਕੋਲੇ ਨੇ ਇਜਾਜ਼ਤ। ਵਿਊਅਰਸ ਸਾਰੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸਟਾਰ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ SOS@TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।